ਇਹ ਪੇੜ ਸੈਕਟਰ 8 ਦੇ ਚੌਂਕ ਤੇ ਪਿਆ ਸੀਗਾ। ਬਾਰਿਸ਼ ਦਾ ਤੂਫਾਨ ਚ ਗਿਰਿਆ ਸੀਗਾ, ਉਹਨੂੰ ਅਸੀਂ ਲਿਆਂਦਾ ਚੁੱਕ ਕੇ। पेड़ तो बहुत गिरते हैं, छोटे मन च क्यों आया भी नहीं यार इन्हें ट्रांसप्लांट किया जा सकता है, ये पेड़ जीवित हो सकता है। ਉਹਦੇ ਸੇ ਪੇੜ ਗਿਰਿਆ ਸੀਗਾ, ਮਨ ਚ ਵੈਸੇ ਹੀ ਆਇਆ ਕਿ ਬਈ ਕਿਉਂ ਨਾ ਅਸੀਂ ਇੱਕ ਟ੍ਰਾਇਲ ਕੀਤਾ ਜਾਏ ਔਰ ਇਹਨੂੰ ਆਪਾਂ ਇੱਕ ਨਵੀਂ ਸ਼ੁਰੂਆਤ ਕੀਤੀ ਜਾਏ। ਤੇ ਅਸੀਂ ਸੋਮਵਾਰ ਨੂੰ ਚੀਫ ਇੰਜੀਨੀਅਰ ਜਿਹੜੇ ਸੀਗੇ ਉਸ ਵੇਲੇ ਦੇ ਮੁਕੇਸ਼ ਆਨੰਦ, ਉਹਨਾਂ ਕੋਲ ਪਰਮਿਸ਼ਨ ਲਿੱਤੀ ਔਰ ਅਸੀਂ ਉਹ ਪੇੜ ਇਹਨਾਂ ਨੇ ਵੇਚ ਚੁੱਕੇ ਸੀ ਉੱਪਰ ਦਾ ਹਿੱਸਾ, ਅਸੀਂ ਥੱਲੇ ਦਾ ਤਨਾ ਚੁੱਕ ਕੇ ਲਿਆਏ ਸੀ, ਜਿਹਨੂੰ ਅਸੀਂ ਦੁਬਾਰਾ ਟਰਾਈ ਕੀਤੀ। ਪੇੜ ਨੂੰ ਅਸੀਂ ਘੱਟ ਤੋਂ ਘੱਟ 100 ਸਾਲ ਤੇ ਲੈ ਕੇ ਆਏ। ਰਾਹੁਲ ਜੀ ਇਹ ਤਾਂ ਤੁਹਾਡੀ ਇੱਕ ਸ਼ੁਰੂਆਤ ਸੀਗੀ, ਉਸ ਤੋਂ ਬਾਅਦ ਤੁਸੀਂ ਕਿੰਨੇ ਕੁ ਪੇੜ ਜਿਹੜੇ ਆ ਟ੍ਰਾਂਸਪਲਾਂਟ ਤੁਸੀਂ ਆਪ ਆਪਣੀ ਹੱਥੀਂ ਕਰ ਸਕਦੇ ਹੋ? ਪਹਿਲਾ ਪੇੜ ਸੀਗਾ ਜਿਹੜਾ ਅਸੀਂ ਕੀਤਾ ਸੀ 2015 ਚ, ਔਰ ਅਸੀਂ ਉਸ ਤੋਂ ਬਾਅਦ ਅੰਦਾਜ਼ਾ 800 ਪੇੜ ਕਰ ਚੁੱਕੇ। ਇਹ ਪੇੜਾਂ ਦੇ ਉੱਪਰ ਵੀ ਆ ਰਿਹਾ ਨਵਾਂ ਪੇੜ, ਇਹੋ ਜਿਹਾ ਪੇੜ ਬਦਲਣ ਲਈ 60-65 ਸਾਲ ਜੀਣਾ ਬੜਾ ਮੁਸ਼ਕਿਲ ਹੈ, ਕਿਉਂਕਿ ਇੰਨਾ ਟਾਈਮ ਹੀ ਨਹੀਂ ਮਿਲੇਗਾ ਉਹਨੂੰ, ਉਹਨਾਂ ਹੈਲਦੀ ਇਨਵਾਇਰਨਮੈਂਟ ਹੀ ਨਹੀਂ ਮਿਲੇਗਾ। ਸੋ ਇਸ ਲਈ ਪੁਰਾਣੇ ਪੇੜਾਂ ਨੂੰ ਬਚਾਉਣਾ ਬਹੁਤ ਇੰਪੋਰਟੈਂਟ ਹੈ। ਅੱਜ ਕੱਲ ਜਿਹੜਾ ਵਿਗਿਆਨਿਕ ਯੁੱਗ ਹੈ, ਵਿਗਿਆਨਿਕ ਯੁੱਗ 'ਚ ਅਸੀਂ ਇੰਨੀ ਤਰੱਕੀ ਕਰ ਲਈ ਕਿ ਮਾਨਵ ਦਾ ਕੋਈ ਵੀ ਅੰਗ ਹੋਵੇ ਉਹ ਅਸੀਂ ਟ੍ਰਾਂਸਪਲਾਂਟ ਕਰ ਸਕਦੇ ਹਾਂ। ਔਰ ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਵੀ ਪੇੜ ਵੀ ਜਿਹੜੇ ਆ ਟ੍ਰਾਂਸਪਲਾਂਟ ਕੀਤੇ ਜਾ ਸਕਦੇ ਆ, ਕਿਉਂਕਿ ਅੱਜ ਦੀ ਡੇਟ 'ਚ ਪੇੜ ਜਿਹੜੇ ਆ ਬਹੁਤ ਵੱਡੀ ਸੰਖਿਆ 'ਚ ਕੱਟੇ ਜਾ ਰਹੇ ਆ ਔਰ ਨਵੇਂ ਪੇੜ ਜਿਹੜੇ ਆ ਬਹੁਤ ਘੱਟ ਸੰਖਿਆ 'ਚ ਲਗਾਏ ਜਾ ਰਹੇ ਆ, ਜਿਸ ਕਰਕੇ ਲਗਾਤਾਰ ਪੇੜਾਂ ਦੀ ਸੰਖਿਆ ਘਟ ਰਹੀ ਆ, ਪੋਲੂਸ਼ਨ ਵੱਧ ਰਿਹਾ। ਪਰ ਉਸ ਪੋਲੂਸ਼ਨ ਤੋਂ ਨਿਜਾਤ ਪਾਉਣ ਦਾ ਤੇ ਪੇੜਾਂ ਦੀ ਸੰਖਿਆ ਵਧਾਉਣ ਦਾ ਇੱਕ ਤਰੀਕਾ ਹੋ ਸਕਦਾ, ਪੇੜਾਂ ਨੂੰ ਟ੍ਰਾਂਸਪਲਾਂਟ ਕੀਤਾ ਜਾਵੇ। ਮੈਂ ਜਿਹੜੇ ਪੇੜ ਦੇ ਨੀਚੇ ਖੜਾ ਇਹ ਪੇੜ ਅੱਜ ਤੋਂ 7 ਸਾਲ ਪਹਿਲਾਂ ਇੱਥੇ ਟ੍ਰਾਂਸਪਲਾਂਟ ਕੀਤਾ ਗਿਆ ਸੀਗਾ। ਤੁਸੀਂ ਦੇਖ ਲਓ ਇਹ ਹਰਾ ਭਰਾ ਪੇੜ ਹੈਗਾ, ਇਹਨੂੰ ਕੱਟ ਕੇ ਡਿਸਟਰਾਏ ਹੋਣਾ ਸੀ, ਪਰ ਇੱਕ ਵਿਅਕਤੀ ਨੇ ਸੋਚਿਆ ਵੀ ਇਹ ਡਿਸਟਰਾਏ ਕਿਉਂ ਕਰਨਾ, ਇਹਨੂੰ ਟ੍ਰਾਂਸਪਲਾਂਟ ਕੀਤਾ ਜਾਵੇ। ਬੜਾ ਪੁਰਾਣਾ ਪੇੜ ਹੈ, ਤਾਂ ਇਹ ਇੱਥੇ 26 ਸੈਕਟਰ ਚੰਡੀਗੜ੍ਹ ਵਿੱਚ ਚੌਂਕ ਦੇ ਉੱਤੇ ਟ੍ਰਾਂਸਪਲਾਂਟ ਕੀਤਾ ਗਿਆ ਪੇੜ ਹੈ। ਔਰ ਤੁਸੀਂ ਦੇਖੋ 7 ਸਾਲਾਂ ਵਿੱਚ ਇਹ ਪੇੜ ਚੱਲ ਵੀ ਪਿਆ, ਤੇ ਦੇਖੋ ਹਰੇ ਹਰੇ ਪੱਤੇ ਆ, ਛਾਂ ਦੇ ਰਿਹਾ, ਸਾਰਾ ਕੁਝ ਉੱਦਾਂ ਹੀ ਹੈ। ਸਿਰਫ ਇੱਕ ਕੋਸ਼ਿਸ਼ ਸੀਗੀ ਵੀ ਇਸ ਪੇੜ ਨੂੰ ਮਾਰਨ ਦੀ ਬਜਾਏ ਇੱਕ ਵਿਅਕਤੀ ਨੇ ਸੋਚਿਆ ਵੀ ਕਿਉਂ ਨਾ ਇਹਨੂੰ ਜੀਵਿਤ ਰੱਖਿਆ ਜਾਵੇ, ਔਰ ਉਸਦੀ ਇਸ ਕੋਸ਼ਿਸ਼ ਵਿੱਚ ਉਹ ਕਾਮਯਾਬ ਹੋਇਆ। ਸਾਡੇ ਨਾਲ ਰਾਹੁਲ ਮਹਾਜਨ ਜੀ ਆ, ਜਿਨ੍ਹਾਂ ਨੇ ਇਹ ਪੇੜ ਬਚਾਉਣ ਦਾ ਕੰਮ ਕੀਤਾ। ਆਪਾਂ ਰਾਹੁਲ ਮਹਾਜਨ ਜੀ ਨਾਲ ਗੱਲਬਾਤ ਕਰਦੇ ਹਾਂ। ਰਾਹੁਲ ਜੀ ਪਹਿਲਾਂ ਤਾਂ ਤੁਹਾਡਾ ਦੈਨਿਕ ਸਵੇਰਾ ਤੇ ਸਵਾਗਤ ਹੈ। ਨਮਸਕਾਰ ਜੀ। ਰਾਹੁਲ ਜੀ ਇਹ ਪੇੜ ਕਿੱਥੋਂ ਲੈ ਕੇ ਆਏ ਸੀ, ਕਿੱਥੇ ਕੱਟ ਰਿਹਾ ਸੀ ਇਹ ਪੇੜ? ਇਹ ਪੇੜ ਸੈਕਟਰ 8 ਦੇ ਚੌਂਕ ਤੇ ਪਿਆ ਸੀਗਾ, ਬਾਰਿਸ਼ ਦਾ ਤੂਫਾਨ ਚ ਗਿਰਿਆ ਸੀਗਾ, ਉਹਨੂੰ ਅਸੀਂ ਲਿਆਂਦਾ ਚੁੱਕ ਕੇ। ਅੱਛਾ, ਜਿਸ ਟਾਈਮ ਤੁਸੀਂ ਉਸ ਟਾਈਮ ਤੁਹਾਡੇ ਮਨ 'ਚ ਕੀ ਆਇਆ ਵੀ ਇਹ ਪੇੜ ਗਿਰਿਆ ਪਿਆ ਹੈ, ਖਤਮ ਹੋ ਰਿਹਾ, ਕਿਉਂਕਿ ਪੇੜ ਤਾਂ ਬਹੁਤ ਗਿਰਦੇ ਆ, ਤੁਹਾਡੇ ਮਨ 'ਚ ਕਿਉਂ ਆਇਆ ਵੀ ਨਹੀਂ ਯਾਰ ਇਹਨੂੰ ਟ੍ਰਾਂਸਪਲਾਂਟ ਕੀਤਾ ਜਾ ਸਕਦਾ, ਇਹ ਪੇੜ ਜੀਵਿਤ ਹੋ ਸਕਦਾ? ਉਸ ਦਿਨ ਸੰਡੇ ਸੀਗਾ ਔਰ ਅਸੀਂ ਕਿਤੇ ਮੇਰੇ ਖਿਆਲ ਲੇਕ ਤੋਂ ਆ ਰਹੇ ਸੀ ਜਾਂ ਰੌਕ ਗਾਰਡਨ ਤੋਂ ਆ ਰਹੇ ਸੀਗੇ, ਆਉਂਦੇ ਹੋਏ ਦੇਖਿਆ ਕਿ ਇੱਕ ਪੇੜ ਜਿਹੜਾ ਹੈਗਾ ਤੂਫਾਨ ਨਾਲ ਸੈਟਰਡੇ ਉਸ ਤੂਫਾਨ ਆਇਆ ਸੀਗਾ ਹਲਕਾ ਜਿਹਾ, ਉਹਦੇ 'ਚ ਪੇੜ ਗਿਰਿਆ ਸੀਗਾ। ਮਨ 'ਚ ਵੈਸੇ ਹੀ ਆਇਆ ਕਿ ਬਈ ਕਿਉਂ ਨਾ ਅਸੀਂ ਇਸ 'ਤੇ ਇੱਕ ਟਰਾਇਲ ਕੀਤਾ ਜਾਏ ਔਰ ਇਹਨੂੰ ਆਪਾਂ ਇੱਕ ਨਵੀਂ ਸ਼ੁਰੂਆਤ ਕੀਤੀ ਜਾਏ। ਤੇ ਅਸੀਂ ਸੋਮਵਾਰ ਨੂੰ ਚੀਫ ਇੰਜੀਨੀਅਰ ਜਿਹੜੇ ਸੀਗੇ ਉਸ ਵੇਲੇ ਦੇ ਮੁਕੇਸ਼ ਆਨੰਦ, ਉਹਨਾਂ ਕੋਲ ਪਰਮਿਸ਼ਨ ਲਿੱਤੀ ਔਰ ਅਸੀਂ ਉਹ ਪੇੜ ਇਹਨਾਂ ਨੇ ਵੇਚ ਚੁੱਕੇ ਸੀ ਉੱਪਰ ਦਾ ਹਿੱਸਾ, ਅਸੀਂ ਥੱਲੇ ਦਾ ਤਨਾ ਚੁੱਕ ਕੇ ਲਿਆਏ ਸੀ, ਜਿਹਨੂੰ ਅਸੀਂ ਦੁਬਾਰਾ ਰਿਵਾਈਵ ਕੀਤਾ ਹੈ। ਉਸ 'ਚ ਕਿੰਨਾ ਕੁ ਟਾਈਮ ਲੱਗਿਆ, ਕਿੱਦਾਂ ਤੁਸੀਂ ਕੀ ਕਰੇਨ ਲਗਾਈ ਸੀ, ਕਿੱਦਾਂ ਚੱਕ ਕੇ ਲਿਆ? ਕਿਉਂਕਿ ਪੇੜ ਚੱਕਣਾ ਕੋਈ ਈਜ਼ੀ ਕੰਮ ਤਾਂ ਹੈ ਨਹੀਂ, ਪੇੜ ਤਾਂ ਬਹੁਤ ਵੱਡਾ ਹੁੰਦਾ। ਇਹ ਬਹੁਤ ਭਾਰੀ ਪੇੜ ਸੀਗਾ, ਇਹ ਘੱਟ ਤੋਂ ਘੱਟ 60 ਤੋਂ 65 ਸਾਲ ਪੁਰਾਣਾ ਪੇੜ ਹੈ ਔਰ ਇਹ ਪਿਲਖਨ ਦੀ ਵੈਰਾਈਟੀ ਹੈ, ਪਿਲਖਨ ਹੈ। ਅਸੀਂ ਇਹਨੂੰ ਚੁੱਕ ਕੇ ਲਿਆਂਦਾ, ਇਹਨੂੰ ਟਰਾਲੇ 'ਚ ਪਾ ਕੇ ਲਿਆਂਦਾ, ਕ੍ਰੇਨ ਰਾਹੀਂ ਚੁੱਕਿਆ, JCB ਰਾਹੀਂ ਇੱਥੇ ਅਸੀਂ ਖੱਡਾ ਕੀਤਾ। ਖੱਡਾ ਕਰਨ ਤੋਂ ਬਾਅਦ ਅਸੀਂ ਉਸ ਪੇੜ ਨੂੰ ਇੱਥੇ ਲਗਾਇਆ ਔਰ ਆਲਮੋਸਟ 1 ਸਾਲ ਪੂਰੀ ਮੇਨਟੇਨੈਂਸ ਹੋਈ ਇਹਦੀ। ਉਹ ਜਿਹੜੀ 1 ਸਾਲ ਦੀ ਮੇਨਟੇਨੈਂਸ ਸੀ ਉਹਦੇ ਨਾਲ ਹੀ ਇਹ ਬੂਟਾ ਚੱਲਿਆ ਔਰ ਅੱਜ ਇਸ ਹਾਲਤ 'ਚ 7 ਸਾਲ 'ਚ ਪੂਰਾ ਪੁਰਾਣੇ ਪੇੜ ਵਾਂਗੂ ਚੱਲ ਰਿਹਾ ਹੈ। ਰਾਹੁਲ ਜੀ 1 ਸਾਲ ਦੀ ਮਿਹਨਤ 'ਚ ਮਤਲਬ ਕਿਸ ਤਰ੍ਹਾਂ ਦੀ ਮਿਹਨਤ ਆਪਾਂ ਕਹੀਏ ਵੀ ਰੈਗੂਲਰ ਪਾਣੀ ਦਿੰਦੇ ਸੀ, ਖਾਦ ਦਿੰਦੇ ਸੀ, ਜਾਂ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ? ਇੱਕ ਸਾਲ ਕਿਸ ਤਰ੍ਹਾਂ ਦੀ ਦੇਖਭਾਲ ਤੁਹਾਨੂੰ ਕਰਨੀ ਪਈ? ਦੇਖੋ ਟ੍ਰਾਂਸਪਲਾਂਟੇਸ਼ਨ ਜਿਹੜਾ ਹੈਗਾ ਪੇੜ ਨੂੰ ਕੋਈ ਵੀ ਚੁੱਕ ਕੇ ਲਗਾ ਸਕਦਾ ਹੈ, ਸਰਕਾਰ ਨੇ ਵੀ ਲਗਾਏ ਹੈ, ਉਸ ਤੋਂ ਬਾਅਦ ਸਾਡੇ ਲਗਾਉਣ ਤੋਂ ਬਾਅਦ ਬਹੁਤ ਸਾਰੇ ਪੇੜ ਲਗਾਏ ਹੈ, ਲੇਕਿਨ ਉਹ ਚਲਾਉਣ ਦੇ ਪਿੱਛੇ ਜਿਹੜੀ ਹੈਗੀ ਉਹ ਮਿਹਨਤ ਹੈਗੀ ਹੈ। ਇੱਕ ਤੇ ਡੈਡੀਕੇਸ਼ਨ, ਰੈਗੂਲਰ ਵਿਜ਼ਿਟ, ਫਿਰ ਉਹਦੀ ਦਵਾਈਆਂ ਜਿਹੜੀ ਚਾਹੀਦੀਆਂ, ਚਾਹੇ ਉਹ ਫੰਗਸ ਦੀਆਂ, ਚਾਹੇ ਦੀਮਕ ਦੀਆਂ, ਚਾਹੇ ਤਾਕਤ ਦੀਆਂ, ਔਰ ਗਰਮੀਆਂ ਦਾ ਵੀ ਰੈਗੂਲਰ ਪਾਣੀ। ਕਦੇ ਵੀ ਤੁਸੀਂ ਨਹੀਂ ਦੇਖਿਆ ਹੋਏਗਾ ਕਿ ਪੇੜਾਂ ਨੂੰ ਲੋਕੀ ਪਾਣੀ ਦਿੰਦੇ ਹੈ,
ਸਰਕਾਰ ਸੋਚਦੀ ਹੈ ਜਾਂ ਲੋਕੀ ਸੋਚਦੇ ਹੈ ਕਿ ਪੇੜ ਤੇ ਆਪਣੇ ਆਪ ਹੀ ਬਾਰਿਸ਼ ਦੇ ਪਾਣੀ ਤੇ ਰਹਿੰਦਾ ਹੈਗਾ, ਲੇਕਿਨ ਜਦੋਂ ਅਸੀਂ ਕੋਈ ਚੀਜ਼ ਨਵੀਂ ਟਰਾਂਸਪਲਾਂਟ ਕਰਦੇ ਹਾਂ ਤੇ ਜੜ੍ਹਾਂ ਨਹੀਂ ਹੁੰਦੀਆਂ। ਸੋ ਜੜ੍ਹਾਂ ਨੂੰ ਦੁਬਾਰਾ ਵਾਪਸੀ ਲਿਆਉਣ ਵਾਸਤੇ ਸਾਨੂੰ ਇਹਨੂੰ ਰੈਗੂਲਰ ਮੇਨਟੇਨੈਂਸ ਚਾਹੀਦੀ, ਰੈਗੂਲਰ ਚੈੱਕਅਪ ਚਾਹੀਦੀ ਹੈ। ਤਾਂ ਹੀ ਹੁਣ ਦੇਖੋਗੇ ਤੁਸੀਂ ਨਵੀਆਂ ਜੜ੍ਹਾਂ ਹੈ, ਉੱਪਰ ਏਰੀਅਲ ਰੂਟਸ ਵੀ ਨਵੀਆਂ ਆ ਰਹੀਆਂ, ਲਾਲ ਲਾਲ ਜਿਹੜੀਆਂ ਇਹ ਨਵੀਆਂ ਏਰੀਅਲ ਰੂਟਸ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜਾ ਅਸੀਂ ਪੇੜ ਬਿਨਾਂ ਜੜ੍ਹਾਂ ਤੋਂ ਲਿਆਂਦਾ ਸੀਗਾ, ਅੱਜ ਉਹਦੀਆਂ ਜੜ੍ਹਾਂ ਮਜ਼ਬੂਤ ਹੋ ਚੁੱਕੀਆਂ ਔਰ ਇਹ ਨਵਾਂ ਬਿਲਕੁਲ ਨਵੇਂ ਪੁਰਾਣੇ ਪੇੜ ਵਾਂਗੂ ਇਹ ਚੱਲ ਰਿਹਾ ਹੈ। ਹੁਣ ਇਹ ਆਪਣੀ ਜਿੰਨੀ ਇਸ ਦੀ ਲਾਈਫ ਹੈਗੀ ਹੈ ਉਨੀ ਲਾਈਫ ਇਹ ਜੀ ਸਕਦਾ ਹੈ। ਬਿਲਕੁਲ ਸਾਡੀ ਕੋਸ਼ਿਸ਼ ਹੈ ਕਿ ਹਜੇ 30-35 ਸਾਲ ਹੋਰ ਜੀਏ, ਅਗਰ ਇਹਨੂੰ ਕੋਈ ਵੀ ਨੁਕਸਾਨ ਨਹੀਂ ਮਿਲਦਾ, ਕਿਉਂਕਿ ਇਹ ਸਾਈਕਲ ਟਰੈਕ ਬਾਅਦ ਚ ਬਣਿਆ ਸਾਡੇ ਪੇੜ ਲਗਾਉਣ ਤੋਂ ਬਾਅਦ, ਇਹ ਪੇਵਰਸ ਦੇ ਵਿੱਚ ਫਸ ਗਿਆ ਹੈ। ਪਰ ਫਿਰ ਵੀ ਸਾਡੀ ਇਹ ਉਮੀਦ ਹੈ ਕਿ ਇਹ ਪੇੜ ਨੂੰ ਅਸੀਂ ਘੱਟ ਤੋਂ ਘੱਟ 100 ਸਾਲ ਤੇ ਲੈ ਕੇ ਜਾਈਏ। ਰਾਹੁਲ ਜੀ, ਇਹ ਤਾਂ ਤੁਹਾਡੀ ਇੱਕ ਸ਼ੁਰੂਆਤ ਸੀਗੀ, ਉਸ ਤੋਂ ਬਾਅਦ ਤੁਸੀਂ ਕਿੰਨੇ ਕੁ ਪੇੜ ਜਿਹੜੇ ਆ ਟ੍ਰਾਂਸਪਲਾਂਟ ਤੁਸੀਂ ਆਪ ਆਪਣੀ ਹੱਥੀਂ ਕਰ ਚੁੱਕੇ ਹੋ? ਹੁਣ ਤੱਕ ਅਸੀਂ ਅੰਦਾਜ਼ਾ, ਇਹ ਪਹਿਲਾ ਪੇੜ ਸੀਗਾ ਜਿਹੜਾ ਅਸੀਂ ਕੀਤਾ ਸੀ 2015 ਚ, ਔਰ ਅਸੀਂ ਉਸ ਤੋਂ ਬਾਅਦ ਅੰਦਾਜ਼ਾ 800 ਪੇੜ ਕਰ ਚੁੱਕੇ ਹਾਂ। ਮਤਲਬ ਇੰਨੀ ਅੱਛੀ ਮੁਹਿੰਮ ਚੱਲੀ। ਹੁਣ ਤੇ ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਇੱਕ ਆਪਣੀ ਪਾਲਿਸੀ ਮੇਕਿੰਗ ਚ ਲੈ ਗਏ ਹੈ। FRI ਦੀ ਬਹੁਤ ਸਾਰੀ ਟੀਮਾਂ ਜਿਹੜੀਆਂ ਇਹਦੇ ਉੱਪਰ ਰਿਸਰਚ ਕਰ ਰਹੀਆਂ, ਫੋਰੈਸਟ ਰਿਸਰਚ ਇੰਸਟੀਚਿਊਟ, ਔਰ ਅਸੀਂ ਬਹੁਤ ਸਾਰੇ ਪੇੜ ਕੀਤੇ। ਲੇਕਿਨ ਪੇੜਾਂ ਦੀ ਮਰਨ ਦੀ ਵਜ੍ਹਾ ਨੈਗਲੀਜੈਂਸ ਹੈ, ਚਾਹੇ ਉਹ ਮੇਰੇ ਵੱਲੋਂ ਹੋਵੇ ਔਰ ਚਾਹੇ ਉਹ ਸਰਕਾਰ ਵੱਲੋਂ ਹੋਵੇ। ਕਿਸ ਤਰ੍ਹਾਂ ਦੀ ਨੈਗਲੀਜੈਂਸੀ ਜਿਹੜੀ ਹੈ ਤੁਹਾਨੂੰ ਲੱਗਦੀ ਹੈ? ਕੁਝ ਪੇੜਾਂ ਤੇ ਅਸੀਂ ਰੈਗੂਲਰ ਨਹੀਂ ਪਹੁੰਚ ਪਾਉਂਦੇ ਵਾਪਸੀ। ਜਿਵੇਂ ਪਟਿਆਲੇ ਅਸੀਂ 16 ਪੇੜ ਬਦਲੇ ਸੀਗੇ, ਬਹੁਤ ਅੱਛੇ ਚੱਲ ਗਏ 6-8 ਮਹੀਨੇ, ਲੇਕਿਨ ਪਟਿਆਲਾ ਦੂਰ ਹੋਣ ਕਰਕੇ ਉਹਨਾਂ ਦੇ ਆਫਿਸਰਸ ਨੇ ਕਿਹਾ ਅਸੀਂ ਇਹਦਾ ਖਿਆਲ ਰੱਖਾਂਗੇ। ਲੇਕਿਨ ਜਦੋਂ ਮੈਂ ਉੱਥੇ ਸਾਲ ਬਾਅਦ ਗਿਆ ਤਾਂ ਪੇੜ ਮਰ ਚੁੱਕੇ ਸੀ। ਉਹਦੇ ਬਹੁਤ ਸਾਰੇ ਪੰਜਾਬ ਦੇ DFOs ਨੂੰ ਦਿਖਾਇਆ ਜਾਂਦਾ ਸੀ ਵੀ ਇਹ ਮਾਡਲ ਕਿਹੋ ਜਿਹਾ ਹੈਗਾ। ਲੇਕਿਨ ਚੀਜ਼ਾਂ ਹੈ ਕਿ ਇਹਦਾ ਤੇ ਰੈਗੂਲਰ ਟੱਚ ਚਾਹੀਦਾ ਬੂਟਿਆਂ ਨੂੰ ਬਚਾਉਣ ਲਈ। ਮਤਲਬ ਕਿ ਸਿਰਫ ਪੇੜ ਟ੍ਰਾਂਸਪਲਾਂਟ ਕਰਕੇ ਹੀ ਛੱਡਣ ਤੇ ਕੰਮ ਨਹੀਂ ਚੱਲਦਾ, ਉਸ ਤੋਂ ਬਾਅਦ ਉਸ ਦੀ ਦੇਖਭਾਲ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਇਹ ਮੌਸਮ ਬਰਸਾਤ ਦਾ ਹੈ, ਅਸੀਂ ਸੋਚਦੇ ਹਾਂ ਕਿ ਅਸੀਂ ਇੱਕ ਬੂਟਾ ਲਗਾਇਆ, ਅਸੀਂ ਫੋਟੋ ਖਿਚਾ ਲਈ ਔਰ ਬੂਟਾ ਚੱਲ ਜਾਏਗਾ, ਐਸਾ ਨਹੀਂ ਹੁੰਦਾ। ਉਹ ਬੂਟੇ 100 ਦੇ ਵਿੱਚੋਂ 20-25 ਚੱਲਦੇ। ਕੋਈ ਵੀ ਬੂਟਾ, ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਪੇੜ ਲਗਾਉਣਾ ਹੈ, ਉਹਦੇ 'ਚ ਰੈਗੂਲਰ ਮੇਨਟੇਨੈਂਸ ਬਹੁਤ ਜ਼ਰੂਰੀ ਹੈ। ਰੈਗੂਲਰ ਮੇਨਟੇਨੈਂਸ ਦਾ ਮਤਲਬ ਹੈ ਹਫ਼ਤੇ 'ਚ ਇੱਕ ਵਾਰੀ ਤਾਂ ਜ਼ਰੂਰ ਲੱਗਣਾ ਚਾਹੀਦਾ ਉਸ 'ਤੇ ਚੱਕਰ। ਰਾਹੁਲ ਜੀ, ਇਸ ਦਾ ਮਤਲਬ ਜਿਹੜੀਆਂ ਅਸੀਂ ਬਿਲਡਿੰਗਾਂ ਖੜੀਆਂ ਕਰ ਰਹੇ ਹਾਂ, ਸੜਕਾਂ ਦਾ ਜਾਲ ਵਿਛਾ ਰਹੇ ਹਾਂ, ਅਸੀਂ ਲਗਾਤਾਰ ਪੇੜ ਕੱਟ ਰਹੇ ਹਾਂ, ਜਿਸ ਦੇ ਕਰਕੇ ਪੇੜਾਂ ਦੀ ਸੰਖਿਆ ਘੱਟ ਵੀ ਰਹੀ ਆ। ਇਸ ਦਾ ਮਤਲਬ ਅਸੀਂ ਉਹ ਸਾਰੇ ਪੇੜ ਬਚਾ ਸਕਦੇ ਹਾਂ, ਉਹਨੂੰ ਟ੍ਰਾਂਸਪਲਾਂਟ ਕਰਕੇ ਉਹਨਾਂ ਦੀ ਅਗਰ ਦੇਖਭਾਲ ਕੀਤੀ ਜਾਵੇ, ਉਹ ਸਾਰੇ ਪੇੜ ਹੀ ਆਪਾਂ ਬਚਾ ਸਕਦੇ ਹਾਂ, ਨਵੇਂ ਪੌਦੇ ਦੀ ਤਾਂ ਲੋੜ ਹੀ ਨਹੀਂ ਹੈ। ਨਹੀਂ, ਦੇਖੋ ਪੁਰਾਣੇ ਪੇੜਾਂ ਨੂੰ ਬਚਾਉਣਾ ਬਹੁਤ ਇੰਪੋਰਟੈਂਟ ਹੈ। 70 ਤੋਂ 80% ਇਹਦੀ ਸਰਵਾਈਵਲ ਰੇਟ ਹੈਗੀ ਹੈ। ਲੇਕਿਨ ਨਵੇਂ ਬੂਟੇ ਸਸਤੇ ਪੈਂਦੇ ਆ ਲਗਾਉਣੇ, ਇਸ 'ਚ ਖਰਚਾ ਬਹੁਤ ਆਉਂਦਾ ਪੇੜ ਨੂੰ ਟ੍ਰਾਂਸਪਲਾਂਟ ਕਰਨ ਲਈ। ਉਸ ਦੇ ਵਾਸਤੇ ਵੀ ਸਾਰਿਆਂ ਨੂੰ ਫਿਰ ਇਸ ਦੇ ਉੱਪਰ ਵਰਕਆਊਟ ਕਰਨਾ ਪੈਂਦਾ। ਨਵਾਂ ਬੂਟਾ 20-25 ਰੁਪਏ ਦਾ ਹੁੰਦਾ ਸੀ, ਉਹਨੂੰ ਲਗਾ ਕੇ ਚਲਾ। ਸਭ ਤੋਂ ਇੰਪੋਰਟੈਂਟ ਹੈਗਾ ਕਿ ਜਿਹੜਾ ਪੇੜ ਅਸੀਂ ਲਗਾਈਏ, ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ, ਉਹਦੀ ਜਿਹੜੀ ਮੇਨਟੇਨੈਂਸ ਹੈ। ਕਿਉਂਕਿ ਅੱਜ ਜਿੱਦਾਂ ਕਲਾਈਮੇਟ ਚੇਂਜ ਆ ਰਹੀ ਹੈ, ਕਲਾਈਮੇਟ ਚੇਂਜ ਦੇ ਵਿੱਚ ਤੁਸੀਂ ਦੇਖੋਗੇ ਕਿ ਬਈ ਅਗਰ ਕਲਾਈਮੇਟ ਚੇਂਜ ਅਗਰ ਆ ਰਹੀ ਹੈ ਤਾਂ ਉਹਦੇ ਵਿੱਚ ਅਗਰ ਹਿਊਮਨ ਬਾਡੀ ਦੇ ਉੱਪਰ ਇਫੈਕਟ ਆ ਰਿਹਾ, ਉਹਦਾ ਇਨਵਾਇਰਨਮੈਂਟ ਦੇ ਉੱਪਰ ਇਫੈਕਟ ਆ ਰਿਹਾ ਹੈ, ਤੇ ਇਹ ਪੇੜਾਂ ਦੇ ਉੱਪਰ ਵੀ ਆ ਰਿਹਾ। ਨਵਾਂ ਪੇੜ ਇਹੋ ਜਿਹਾ ਪੇੜ ਬਣਨ ਲਈ 60-65 ਸਾਲ ਜੀਣਾ ਬੜਾ ਮੁਸ਼ਕਿਲ ਹੈ, ਕਿਉਂਕਿ ਇੰਨਾ ਟਾਈਮ ਹੀ ਨਹੀਂ ਮਿਲੇਗਾ ਉਹਨੂੰ ਉਹਨਾਂ ਹੈਲਦੀ ਇਨਵਾਇਰਨਮੈਂਟ ਹੀ ਨਹੀਂ ਮਿਲੇਗਾ। ਸੋ ਇਸ ਲਈ ਪੁਰਾਣੇ ਪੇੜਾਂ ਨੂੰ ਬਚਾਉਣਾ ਬਹੁਤ ਇੰਪੋਰਟੈਂਟ ਹੈ। ਇਸ ਦਾ ਮਤਲਬ ਇਹ ਸਰ ਸਿਰਫ ਸਾਨੂੰ ਛਾਂ ਨਹੀਂ ਦੇ ਰਿਹਾ, ਬਲਕਿ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ, ਜਿੱਦਾਂ ਆਕਸੀਜਨ, ਲੱਕੜੀ, ਉਹ ਚੀਜ਼ਾਂ ਵੀ ਜਿਹੜੀਆਂ ਇਹ ਉਸ ਹਿਸਾਬ ਨਾਲ ਸਾਨੂੰ ਪੇ ਕਰੇਗਾ। ਬਿਲਕੁਲ, ਇਹ ਲੱਕੜੀ ਵਾਸਤੇ ਅਸੀਂ ਕਰਦੇ ਹੀ ਨਹੀਂ ਹੈ, ਠੀਕ ਹੈ। ਅਲਟੀਮੇਟ ਤੇ ਲੱਕੜ ਵਾਸਤੇ ਪੇੜ ਲੱਗਦੇ हैं, ਲੇਕਿਨ ਇਹਦੇ ਨਾਲ ਬਰਡਸ ਬੈਠੀ ਹੈ, ਇਹਦੇ ਜਿਹੜੀ ਸੀਡਸ ਆਉਂਦੇ ਆ ਉਹ ਬਰਡਸ ਬਹੁਤ ਖਾਂਦੇ ਹੈ। ਇਹਦੇ ਨਾਲ ਜਿਹੜੇ ਬਰਡਸ ਨੂੰ ਰਹਿਣ ਦਾ ਜਗ੍ਹਾ ਮਿਲਦੀ ਹੈ, ਉਹ ਮਤਲਬ ਹੋਰ ਇਨਸੈਕਟਸ ਹੈ, ਮਾਈਕਰੋ ਆਰਗੇਨਿਜ਼ਮਸ ਹੈ ਜਿਹੜੇ ਜ਼ਮੀਨ ਦੇ ਥੱਲੇ ਹੈਗੇ। ਬਹੁਤ ਇੱਕ ਇਕੋਸਿਸਟਮ ਬਣਿਆ ਹੈ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਪੇੜਾਂ ਦੇ ਨਾਲ। ਮੈਂ ਪੇੜ ਟ੍ਰਾਂਸਪਲਾਂਟ ਕਰਨਾ ਕੋਈ ਮਤਲਬ ਤੁਸੀਂ ਜਿੱਦਾਂ ਕਿਹਾ ਵੀ ਖਰਚਾ ਬਹੁਤ ਹੈ, ਪਰ ਜਿਹੜੀਆਂ ਹੋਰ ਬੈਨੀਫਿਟ ਸਾਰੇ ਦੇਖੇ ਜਾਣ ਉਸ ਦੇ ਅੱਗੇ ਉਹ ਖਰਚਾ ਕੋਈ ਮਾਇਨੇ ਰੱਖਦਾ ਨਹੀਂ, ਫਿਰ ਤਾਂ ਨੈਗਲੀਜੀਬਲ ਹੈ। ਦੇਖੋ ਨਾ, ਅਗਰ ਇੱਕ ਪੇੜ ਕਿੰਨੀ ਆਕਸੀਜਨ ਦਿੰਦਾ ਹੈ, ਕਿੰਨੇ ਸਾਡੇ CO2 ਜਿਹੜੀ ਹੈਗੀ ਕਾਰਬਨ ਡਾਈਆਕਸਾਈਡ ਉਹ ਇਨਹੇਲ ਕਰਦਾ, ਉਹ ਆਪਣੀ ਖਿੱਚਦਾ ਸਾਡੀ। ਅਗਰ ਪੇੜ ਨਾ ਹੋਣ ਤੇ ਆਕਸੀਜਨ ਕਿਸੇ ਹੋਰ ਰਾਹੀਂ ਵੀ ਮਿਲ ਸਕਦੀ ਹੈ, ਲੇਕਿਨ CO2 ਕੌਣ ਖਿੱਚੇਗਾ? ਸੋ ਫਿਰ ਅਸੀਂ 에ਅਰ ਪਿਊਰੀਫਾਇਰ ਹੋਰ ਇਹੋ ਜਿਹੇ ਡਰਾਮੇ ਕਰਾਂਗੇ। ਬੈਟਰ ਹੈ ਕਿ ਅਸੀਂ ਪੁਰਾਣੇ ਪੇੜਾਂ ਨੂੰ ਬਚਾਈਏ, ਘੱਟ ਤੋਂ ਘੱਟ ਪੇੜਾਂ ਨੂੰ ਕੱਟੀਏ ਔਰ ਨਵੇਂ ਵੀ ਲਗਾਈਏ। ਚਲੋ, ਥੈਂਕ ਯੂ ਰਾਹੁਲ ਜੀ। ਥੈਂਕ ਯੂ ਸਰ, ਥੈਂਕ ਯੂ। ਇਹ ਸੀਗੇ ਰਾਹੁਲ ਮਹਾਜਨ ਜੀ, ਜਿਹੜੇ ਕਿ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਪੇੜ ਟ੍ਰਾਂਸਪਲਾਂਟ ਕਰਨ ਦਾ ਕੰਮ ਕਰ ਰਹੇ ਨੇ। ਜਿੱਥੇ ਵੀ ਇਹ ਕੋਈ ਵਧੀਆ ਪੇੜ ਦੇਖਦੇ ਨੇ, ਜਿਹਦੀ ਏਜ ਕਾਫੀ ਅੱਛੀ ਹੈਗੀ ਆ, ਔਰ ਕਿਤੇ ਗਿਰਿਆ ਦੇਖਦੇ ਆ, ਤਾਂ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਨਹੀਂ, ਇਸ ਪੇੜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ। ਔਰ ਰਾਹੁਲ ਜੀ ਹੁਣ ਤੱਕ ਪਿਛਲੇ 7-8 ਸਾਲਾਂ 'ਚ ਲਗਭਗ 800 ਪੇੜ ਜਿਹੜੇ ਆ ਉਹ ਟ੍ਰਾਂਸਪਲਾਂਟ ਕਰ ਚੁੱਕੇ ਨੇ। ਹਾਲਾਂਕਿ ਰਾਹੁਲ ਜੀ ਦਾ ਕਹਿਣਾ ਹੈ ਕਿ ਪੇੜ ਟ੍ਰਾਂਸਪਲਾਂਟ ਕਰਨ 'ਚ ਕਾਫੀ ਖਰਚਾ ਆਉਂਦਾ, ਕਿਉਂਕਿ ਕ੍ਰੇਨ ਤੋਂ ਬਿਨਾ ਇਹ ਪੇੜ ਚੱਕਿਆ ਨਹੀਂ ਜਾ ਸਕਦਾ, ਦੂਜੀ ਜਗ੍ਹਾ ਰੱਖਿਆ ਨਹੀਂ ਜਾ ਸਕਦਾ।
ਉਸ ਤੋਂ ਬਾਅਦ ਵੀ ਪੇੜ ਦੀ ਦੇਖਭਾਲ ਕਰਨ ਦੀ ਬੜੀ ਲੋੜ ਆ, ਕਿਉਂਕਿ ਇਸ ਦੀਆਂ ਜੜ੍ਹਾਂ ਜਿਹੜੀਆਂ ਉਸ ਟਾਈਮ ਖਤਮ ਹੋ ਚੁੱਕੀਆਂ ਹੁੰਦੀਆਂ, ਨਵੇਂ ਸਿਰੇ ਤੋਂ ਜੜ੍ਹਾਂ ਲਿਆਉਣ ਲਈ ਉਸ ਦੀ ਦੇਖਭਾਲ ਦੀ ਲੋੜ ਆ। ਔਰ ਰਾਹੁਲ ਜੀ ਲਗਾਤਾਰ ਪੇੜਾਂ ਨਾਲ ਜੁੜੇ ਹੋਏ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਪੇੜ ਟ੍ਰਾਂਸਪਲਾਂਟ ਕਰਨਾ, ਹਾਲਾਂਕਿ ਉਹਨਾਂ ਦਾ ਕਹਿਣਾ ਹੁਣ ਸਰਕਾਰ ਵੀ ਇਹ ਕੰਮ ਕਰਨ ਲੱਗ ਗਈ ਹੈ, ਪਰ ਹਾਲੇ ਇਸ ਦੀ ਸੰਖਿਆ ਬਹੁਤ ਘੱਟ ਹੈ। ਪਰ ਜਦ ਆਪਾਂ ਟ੍ਰਾਂਸਪਲਾਂਟ ਕਰਨ ਵਾਲੀ ਜਿਹੜੀ ਪੱਤੀ ਆ ਇਹਨੂੰ ਵੱਡੇ ਸਤਰ ਤੇ ਜਦ ਅਮਲ 'ਚ ਲਿਆਂਦਾ ਜਾਵੇ ਤਾਂ ਅਸੀਂ ਪੇੜਾਂ ਦੀ ਸੰਖਿਆ ਨੂੰ ਘਟਣ ਤੋਂ ਬਚਾ ਸਕਦੇ ਹਾਂ। ਮੈਂ ਦਿਨੇਸ਼ ਗੋਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ।